ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਤੂੰ ਠਾਕੁਰ ਤੂੰ ਸਾਹਿਬੋ, ਤੂੰ ਹੈ ਮੇਰਾ ਮੀਰਾ। ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਤੁਧ ਭਾਵੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਸਜੇ ਹੋਏ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ, ਸਾਨੂੰ ਆਪਣੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਬਖਸ਼ਿਸ਼ ਕੀਤੀ ਹੈ। ਔਰ ਗੁਰੂ ਸੰਗਤ ਦਾ ਲਾਹਾ ਲੈਂਦੇ ਹੋਏ ਇਹ ਘੜੀਆਂ ਨੂੰ ਆਪਾਂ ਸਕਾਰਤ ਬਣਾ ਰਹੇ ਹਾਂ, ਸਫਲ ਬਣਾ ਰਹੇ ਹਾਂ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਔਰ ਸਤਿਗੁਰੂ ਨੇ ਬਾਣੀ 'ਚ ਜੋ ਸਤਸੰਗੀ ਗੁਰੂ ਦਰਬਾਰ 'ਚ ਜੁੜਦੇ ਨੇ ਉਹਨਾਂ ਨੂੰ ਸਚਿਆਰ ਕਿਹਾ ਹੈ, ਅਤੇ ਜਿਨ੍ਹਾਂ ਦਾ ਸੰਗਤ 'ਚ ਚਿੱਤ ਨਹੀਂ ਲੱਗਦਾ
ਗੁਰਬਾਣੀ 'ਚ ਚਿੱਤ ਨਹੀਂ ਲੱਗਦਾ। ਗੁਰੂ ਉਪਦੇਸ਼ ਨੂੰ ਪੜ੍ਹਨ ਤੇ ਸੁਣਨ 'ਚ ਜਿਨ੍ਹਾਂ ਦਾ ਚਿੱਤ ਨਹੀਂ ਲੱਗਦਾ, ਉਹਨਾਂ ਨੂੰ ਸਤਿਗੁਰੂ ਕੁੜਿਆਰ ਕਹਿੰਦੇ ਹਨ। ਇੱਕ ਹੈ ਸਚਿਆਰ, ਇੱਕ ਹੈ ਕੁੜਿਆਰ। ਤੇ ਨਾਲ ਸਤਿਗੁਰੂ ਨੇ ਇਹ ਵੀ ਕਿਹਾ ਕਿ ਸਚਿਆਰ ਦਾ ਵੇਖੋ ਹਮੇਸ਼ਾ ਯਤਨ ਹੈ ਕਿ ਉਹ ਜੇ ਕੋਈ ਕੁੜਿਆਰ ਵੀ ਹੈ ਤੇ ਉਹਨੂੰ ਸੰਗਤ 'ਚ ਲਿਆਵੇ ਤੇ ਸਚਿਆਰ ਬਣਾਉਣ ਦੀ ਕੋਸ਼ਿਸ਼ ਕਰੇ। ਤੇ ਕੁੜਿਆਰ ਆਪਣੀ ਤੌਰ ਤੇ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਬਹਿਣੀ ਉਹ ਬਹਿੰਦਾ ਹੈ ਉਹ ਦੂਜੇ ਨੂੰ ਉਸ ਜਗ੍ਹਾ ਤੇ ਖੜੇ। ਤੇ ਹਜੂਰ ਕਹਿੰਦੇ ਸਚਿਆਰ ਨੇ ਕੋਸ਼ਿਸ਼ ਕੀਤੀ ਕੁੜਿਆਰ ਨੂੰ ਸੰਗਤ ਦੇ ਵਿੱਚ ਲਿਆਉਣ ਦੀ, ਬਿਠਾਉਣ ਦੀ। ਕੋਈ ਗੁਰੂ ਦੀਆਂ ਦੋ ਗੱਲਾਂ ਉਹ ਵੀ ਸੁਣੇ, ਉਹਦੇ ਕੰਨਾਂ 'ਚ, ਉਹਦੇ ਮਨ 'ਚ, ਉਹਦੇ ਹਿਰਦੇ 'ਚ ਕੋਈ ਗੁਰੂ ਦਾ ਉਪਦੇਸ਼ ਪਹੁੰਚੇ। ਇਹਦੇ ਲਈ ਸਚਿਆਰ ਨੇ ਯਤਨ ਤਾਂ ਜ਼ਰੂਰ ਕੀਤਾ, ਪਰ ਕਈ ਵਾਰ ਸਤਿਗੁਰੂ ਕਹਿੰਦੇ ਸਫਲਤਾ ਨਹੀਂ ਮਿਲਦੀ ਹੈ। ਉਹਦਾ ਕਾਰਨ ਕੀ ਹੈ? ਜਿਵੇਂ ਹੰਸ ਮਾਨ ਸਰੋਵਰ ਤੇ ਕਿਸੇ ਬਗਲੇ ਨੂੰ ਲੈ ਜਾਏ ਤੇ ਬਗਲੇ ਦੀ ਤੇ ਖੁਰਾਕ ਹੀ ਕੁਝ ਹੋਰ ਸੀ, ਡੱਡੀਆਂ ਮੱਛੀਆਂ, ਤੇ ਮਾਨ ਸਰੋਵਰ ਦੇ ਵਿੱਚ ਤੇ ਅਮੋਲਕ ਰਤਨ ਹਨ, ਹੀਰੇ ਹਨ। ਬਗਲੇ ਦਾ ਫਿਰ ਉੱਥੇ ਚਿੱਤ ਨਹੀਂ ਲੱਗਦਾ, ਕਿਉਂਕਿ ਜਿਹੜੀ ਖੁਰਾਕ ਉਹਨੂੰ ਚਾਹੀਦੀ ਆ ਉੱਥੇ ਉਹ ਖੁਰਾਕ ਮੌਜੂਦ ਨਹੀਂ ਹੈ। ਇਸੇ ਤਰ੍ਹਾਂ ਕੁੜਿਆਰ ਦੀ ਖੁਰਾਕ ਕੀ ਹੈ? ਵਿਸ਼ੇ ਵਿਕਾਰ, ਗੰਦਗੀ, ਨਸ਼ੇ, ਇੱਦਾਂ ਦੇ ਮਾੜੇ ਐਬ। ਤੇ ਸੰਗਤ ਚੋਂ ਕੁੜਿਆਰ ਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ, ਕਿਉਂਕਿ ਇੱਥੇ ਸੱਚ ਵਰਤਦਾ ਹੈ, ਇੱਥੇ ਤੇ ਸੱਚ ਦੀ ਗੱਲ ਹੋਣੀ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਇੱਥੇ ਤੇ ਹੈ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਕੁੜਿਆਰ ਕੁਝ ਹੋਰ ਚਾਹੁੰਦਾ, ਉਹਨੂੰ ਮਨ ਇੱਛੀ ਖੁਰਾਕ ਜਦੋਂ ਇੱਥੇ ਨਹੀਂ ਮਿਲਦੀ ਤੇ ਫਿਰ ਇੱਥੇ ਬਹੁਤੀ ਦੇਰ ਤੱਕ ਬਹਿੰਦਾ ਵੀ ਨਹੀਂ ਹੈ। ਮਹਾਰਾਜ ਬਾਣੀ 'ਚ ਕਹਿੰਦੇ ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੁੜਿਆਰ ਤੇ ਕੁੜਿਆਰਾਂ 'ਚ ਜਾ ਰਲਦੇ ਨੇ, ਇੱਥੇ ਤੇ ਬਹਿੰਦੇ ਨੇ ਜਿਹੜੇ ਸਚਿਆਰ ਹਨ। ਉਹਨਾਂ ਨੂੰ ਗੁਰੂ ਦੀ ਗੋਦ, ਗੁਰੂ ਕੀ ਸੰਗਤ ਮਿਲਦੀ ਹੈ ਤੇ ਉਹ ਚਿੱਤ ਦੇ ਨਾਲ, ਆਨੰਦ ਦੇ ਨਾਲ ਬਹਿੰਦੇ ਵੀ ਹਨ। ਇੱਕ ਬਚਨ ਸਤਿਗੁਰੂ ਦੀ ਬਾਣੀ ਦਾ ਹੋਰ ਕਹਿ ਕੇ ਫਿਰ ਆਪਾਂ ਫਤਿਹ ਬੁਲਾ ਕੇ ਲੜੀਵਾਰ ਵਿਚਾਰ ਦੀ ਆਰੰਭਤਾ ਕਰਾਂਗੇ। ਉਹ ਸਤਿਗੁਰੂ ਕਹਿੰਦੇ ਉਡਦੀ ਉਡਦੀ ਦੈਂ ਦਿਸ਼ਾ, ਜਲ ਪਰਬਤ ਬਨ ਰਾਏ, ਜਿੱਥੇ ਡਿਠੋ ਮਿਰਤ ਕੋ ਇੱਲ ਬੈਠੀ ਆਏ। ਮਹਾਰਾਜ ਕਹਿੰਦੇ ਇੱਲ ਅਸਮਾਨ ਤੇ ਉਡਾਰੀਆਂ ਲਾਉਂਦੀ ਹੈ। ਬੜੀਆਂ ਥੱਲੇ ਸੋਹਣੀਆਂ ਸੋਹਣੀਆਂ ਜਗ੍ਹਾ ਹੁੰਦੀਆਂ ਨੇ, ਸੋਹਣੇ ਬਾਗ ਬਗੀਚੇ, ਸੋਹਣੇ ਸੋਹਣੇ ਘਰ ਮਹਿਲ ਹੁੰਦੇ ਹਨ, ਪਰ ਇੱਲ ਕਿਸੇ ਸੋਹਣੇ ਬਗੀਚੇ 'ਚ ਜਾ ਕੇ ਨਹੀਂ ਬਹਿੰਦੀ। ਇੱਲ ਕਿਸੇ ਸੋਹਣੇ ਮਹਿਲ ਤੇ ਕਿਸੇ ਸੋਹਣੇ ਘਰ ਤੇ ਨਹੀਂ ਜਾ ਕੇ ਬਹਿੰਦੀ। ਉਹ ਕਿੱਥੇ ਬਹਿੰਦੀ ਹੈ? ਜਿੱਥੇ ਉਹਨੇ ਕੋਈ ਮਰਿਆ ਜਾਨਵਰ ਵੇਖਣਾ, ਉੱਥੇ ਜਾ ਕੇ ਬਹਿਣਾ ਹੈ। ਇੱਦਾਂ ਹੀ ਕੁੜਿਆਰ ਹੈ, ਉਹ ਸੰਗਤ ਦੇ ਵਿੱਚ ਬਹਿ ਕੇ ਰਾਜੀ ਨਹੀਂ ਹੈ, ਉਹ ਗੁਰੂ ਕੇ ਦਰਬਾਰ 'ਚ ਬਹਿ ਕੇ ਰਾਜੀ ਨਹੀਂ ਹੈ। ਉਹ ਤੇ ਕੁੜਿਆਰਾਂ ਦੀ ਬਹਿਣੀ ਬਹਿੰਦਾ ਹੈ ਤੇ ਜ਼ਿੰਦਗੀ ਤਬਾਹ ਕਰ ਲੈਂਦਾ ਹੈ, ਆਪਣੇ ਮਾੜੇ ਕਰਮਾਂ ਕਰਕੇ, ਮਾੜੀ ਸੰਗਤ ਦੀ ਮਾੜੀ ਰੰਗਤ ਕਰਕੇ। ਸੋ ਸਤਿਗੁਰੂ ਜੀ ਦੀ ਬਹੁਤ ਕਿਰਪਾ, ਸ਼ੁਕਰ ਕਰੀਏ ਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਰਹਿਮਤ ਕੀਤੀ ਨਿਤਾ ਪ੍ਰਤੀ, ਸਾਨੂੰ ਆਪਣੀ ਪਾਵਨ ਹਜ਼ੂਰੀ, ਪਾਵਨ ਗੋਦ ਦੀ ਦਾਤ ਬਖਸ਼ਦੇ ਨੇ। ਔਰ ਇਹ ਕੁਝ ਘੜੀਆਂ ਆਪਾਂ ਗੁਰੂ ਕੇ ਚਰਨਾਂ ਦਾ ਓਟ ਆਸਰਾ ਲੈ ਕੇ ਗੁਰੂ ਦੀ ਸੰਗਤ ਦੀ ਰੰਗਤ ਆਪਣੇ ਮਨ ਤੇ ਚੜਾਉਣ ਦਾ ਯਤਨ ਕਰਦੇ ਹਾਂ। ਆਓ ਜੋ ਵਿਚਾਰ ਆਪਾਂ ਆਰੰਭ ਕੀਤੀ ਹੈ ਉਹਦੀ ਲੜੀ ਨੂੰ ਅੱਗੇ ਜੋੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਆਪਾਂ ਆਰੰਭੀ ਹੈ ਆਪਣੇ ਪਰਿਵਾਰਕ ਜੀਵਨ ਨੂੰ ਸਾਹਮਣੇ ਰੱਖ ਕੇ, ਕਿਉਂਕਿ ਸਾਡੇ ਸਭ ਦਾ ਜੋ ਪਰਿਵਾਰਕ ਜੀਵਨ ਹੈ ਸੁੱਖ ਵਾਲਾ ਜੀਵਨ ਹੋਣਾ ਚਾਹੀਦਾ ਹੈ। ਜੇ ਬੰਦਾ ਘਰ ਪਰੇਸ਼ਾਨ ਹੈ
ਤੇ ਪਰੇਸ਼ਾਨੀਆਂ ਦੀ ਪੰਡ ਨਾਲ ਲੈ ਕੇ ਬਾਹਰ ਜਾਂਦਾ ਹੈ, ਤੇ ਬਾਹਰ ਵੀ ਉਹ ਕਾਰੋਬਾਰ 'ਚ ਵੀ ਪਰੇਸ਼ਾਨ, ਉੱਥੇ ਵੀ ਉਹਦਾ ਚਿੱਤ ਨਹੀਂ ਲੱਗਦਾ। ਜੇ ਮਿੱਤਰਾਂ ਸੱਜਣਾਂ ਦੇ ਕੋਲ ਜਾ ਕੇ ਬਹਿੰਦਾ ਹੈ, ਘਰ ਦੀਆਂ ਪਰੇਸ਼ਾਨੀਆਂ ਦੀ ਚਿੰਤਾ ਉਹਦੇ ਮਨ 'ਚ ਬਣੀ ਰਹਿੰਦੀ ਹੈ। ਸਫ਼ਰ 'ਚ ਹੈ, ਚਿੰਤਾ ਜੇ ਘਰ ਦੀਆਂ ਪਰੇਸ਼ਾਨੀਆਂ ਦੀ ਹੈ, ਧਿਆਨ ਕਿਸੇ ਹੋਰ ਪਾਸੇ ਹੈ, ਤੇ ਕਈ ਵਾਰ ਦੁਖਦਾਈ ਦੁਰਘਟਨਾ ਵੀ ਵਰਤ ਜਾਂਦੀਆਂ ਨੇ। ਕਾਰਨ ਧਿਆਨ ਘਰ ਪਰਿਵਾਰ ਦੇ ਕਲੇਸ਼ ਵਾਲੇ ਪਾਸੇ ਸੀ। ਤੇ ਮਹਾਰਾਜ ਕਹਿੰਦੇ ਜੇ ਘਰ ਸੁੱਖ ਹੈ, ਫਿਰ ਬੰਦਾ ਜਿੱਥੇ ਜਾਵੇਗਾ ਸੁੱਖ ਵੰਡੇਗਾ। ਕਿਉਂਕਿ ਅਸੀਂ ਬਾਹਰ ਕੀ ਵੰਡਦੇ ਵਰਤਾਉਂਦੇ ਹਾਂ, ਜੋ ਸਾਡੇ ਕੋਲ ਹੁੰਦਾ ਹੈ। ਤੇ ਜੇ ਸਾਡੇ ਕੋਲ ਦੁੱਖ ਹੋਣਗੇ, ਆਪਾਂ ਬਾਹਰ ਦੁੱਖਾਂ ਦੀ ਗੱਲ ਕਰਾਂਗੇ, ਦੁੱਖ ਹੀ ਵੰਡਾਂਗੇ। ਜੇ ਸਾਡੇ ਪੱਲੇ ਸੁੱਖ ਹੋਣਗੇ, ਆਪਾਂ ਬਾਹਰ ਸੁੱਖ ਵੰਡਾਂਗੇ। ਜੇ ਸਾਡੇ ਪੱਲੇ ਝੂਠ ਹੈ, ਕੂੜ ਹੈ, ਬੰਦਾ ਝੂਠ ਕੂੜ ਵੰਡੇਗਾ। ਤੇ ਹਜੂਰ ਕਹਿੰਦੇ ਜਿਸ ਦਾ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਪਰ ਇਹ ਖੇਡ ਬਣਦੀ ਕਦੋਂ ਹੈ? ਕਹੋ ਨਾਨਕ ਗੁਰਮੰਤਰ ਦ੍ਰਿੜ। ਜਦੋਂ ਗੁਰੂ ਦਾ ਉਪਦੇਸ਼ ਆਪਾਂ ਜੀਵਨ 'ਚ ਦ੍ਰਿੜ ਕਰ ਲਿਆ, ਤੇ ਫਿਰ ਆਪਾਂ ਘਰ ਵੀ ਸੁਖੀ ਹਾਂ, ਫਿਰ ਆਪਾਂ ਕਾਰੋਬਾਰ 'ਚ ਵੀ ਸੁਖੀ ਹਾਂ, ਫਿਰ ਆਪਾਂ ਸਫ਼ਰ ਦੇ ਵਿੱਚ ਵੀ ਸੁਖੀ ਹਾਂ, ਫਿਰ ਆਪਾਂ ਮਿੱਤਰਾਂ ਸੱਜਣਾਂ ਦੀ ਸੰਗਤ ਦੇ ਵਿੱਚ ਬੈਠੇ ਹਾਂ, ਹਰ ਥਾਂ 'ਤੇ ਫਿਰ ਸੁਖੀ ਹਾਂ, ਜੇ ਗੁਰੂ ਦਾ ਉਪਦੇਸ਼ ਜੀਵਨ ਦੇ ਵਿੱਚ ਦ੍ਰਿੜ ਕਰ ਲਿਆ। ਤੇ ਹੁਣ ਗੁਰੂ ਦੇ ਉਪਦੇਸ਼ ਕੀ ਹਨ? ਉਹਨਾਂ ਨੂੰ ਆਪਾਂ ਗੁਰਬਾਣੀ ਪੜ੍ਹ ਕੇ, ਗੁਰਬਾਣੀ ਗਾਇਨ ਕਰਕੇ, ਗੁਰਬਾਣੀ ਵਿਚਾਰ ਕਰਕੇ ਸਮਝਣ ਦਾ ਹਮੇਸ਼ਾ ਯਤਨ ਕਰਦੇ ਹਾਂ, ਉਦਮ ਕਰਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਜੋ ਮਾਤਾ ਪਿਤਾ ਦੇ ਔਲਾਦ ਪ੍ਰਤੀ ਫਰਜ਼ ਹਨ, ਤੇ ਜੋ ਔਲਾਦ ਦੇ ਮਾਤਾ ਪਿਤਾ ਪ੍ਰਤੀ ਫਰਜ਼ ਹਨ, ਉਹਨਾਂ ਪ੍ਰਤੀ ਸਾਨੂੰ ਸੁਚੇਤ ਕਰਦੇ ਹੋਏ ਤੇ ਸਾਡੇ ਪਰਿਵਾਰਕ ਜੀਵਨ 'ਚ ਕੰਮ ਆਉਣ ਵਾਲੀਆਂ ਜਿਹੜੀਆਂ ਵਿਚਾਰਾਂ ਨੇ, ਉਹ ਸਾਨੂੰ ਸਮਝਾ ਰਹੇ ਨੇ। ਭਾਈ ਗੁਰਦਾਸ ਸਾਹਿਬ ਜੀ ਦੀ 37 ਨੰਬਰ ਵਾਰ ਹੈ, ਤੇ ਇਸ ਵਾਰ ਅੰਦਰ ਉਹਨਾਂ ਨੇ 4 ਪੌੜੀਆਂ ਸਾਨੂੰ ਬਖਸ਼ੀਆਂ ਨੇ, ਔਰ ਵਾਰਾਂ ਦੀ ਲੜੀ, ਪੌੜੀਆਂ ਦੀ ਲੜੀ ਮੁਤਾਬਕ 10, 11, 12 ਤੇ 13 ਨੰਬਰ ਪੌੜੀਆਂ। ਇਹ 4 ਪੌੜੀਆਂ 37 ਨੰਬਰ ਵਾਰ ਦੀਆਂ ਹਨ, ਜਿਨ੍ਹਾਂ ਰਾਹੀਂ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਪਰਿਵਾਰਕ ਜੀਵਨ ਦੀ ਗੱਲ ਕੀਤੀ ਹੈ। 3 ਪੌੜੀਆਂ ਦੀ ਵਿਚਾਰ ਆਪ ਜੀ ਨੇ ਪਿਛਲਿਆਂ ਦਿਨਾਂ 'ਚ ਸ਼ਰਵਣ ਕੀਤੀ ਹੈ ਕਿ ਕਿਵੇਂ ਮਾਤ ਪਿਤਾ ਮਿਲ ਨਿੰਮਿਆ, ਆਸਾਵੰਤੀ ਉਦਰ ਮਝਾਰੇ। ਮਾਂ ਨੇ ਬੱਚੇ ਨੂੰ ਜਨਮ ਦਿੱਤਾ, ਔਰ ਉਦੋਂ ਬਾਅਦ ਜੋ ਬੱਚੇ ਪ੍ਰਤੀ ਮਾਂ ਦੀਆਂ ਜ਼ਿੰਮੇਵਾਰੀਆਂ ਸਨ, ਉਹ ਬਖੂਬੀ ਸੋਹਣੇ ਤਰੀਕੇ ਦੇ ਨਾਲ ਮਾਂ ਨੇ ਨਿਭਾਈਆਂ। ਮਾਤ ਪਿਤਾ ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਈ, ਫਿਰ ਬੱਚੇ ਦਾ ਵਿਆਹ ਹੋਇਆ। ਗੱਲ ਉਦੋਂ ਵਿਗੜੀ ਜਦੋਂ ਲੱਖ ਉਪਕਾਰ ਵਿਸਾਰਕੈ, ਪੁੱਤ ਕਪੁੱਤ ਚੱਕੀ ਉੱਠ ਚੋਈ। ਔਲਾਦ ਨੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ, ਪੁੱਤ ਕਪੁੱਤ ਬਣ ਗਿਆ। ਜਿਹੜੀ ਮਾਂ ਦੀ ਸੇਵਾ ਕਰਨੀ ਚਾਹੀਦੀ ਸੀ, ਜਿਹੜੀ ਮਾਂ ਦੁਨੀਆ ਦੀ ਸਭ ਤੋਂ ਠੰਡੀ ਛਾਂ ਹੈ, ਜਿਹੜੀ ਮਾਂ ਦੇ ਮੁਖੋਂ ਹਮੇਸ਼ਾ ਆਪਣੀ ਔਲਾਦ ਦੇ ਪ੍ਰਤੀ ਅਸੀਸਾਂ ਨਿਕਲਦੀਆਂ ਹਨ, ਜਿਹੜੀ ਮਾਂ ਆਪ ਆਪਣੇ ਪਿੰਡੇ ਤੇ ਦੁੱਖ ਸਹਾਰਦਿਆਂ ਵੀ ਆਪਣੀ ਔਲਾਦ ਦਾ ਸੁੱਖ ਚਾਹੁੰਦੀ ਹੈ, ਆਪ ਭੁੱਖੀ ਰਹਿ ਕੇ ਵੀ ਚਾਹੁੰਦੀ ਹੈ ਕਿ ਮੇਰਾ ਪੁੱਤ ਰੱਜ ਜਾਏ। ਸਤਿਗੁਰੂ ਨੇ ਬਾਣੀ 'ਚ ਗੁਰੂ ਤੇ ਸਿੱਖ ਦੀ ਕਿੰਨੀ ਪ੍ਰੀਤ ਹੋਣੀ ਚਾਹੀਦੀ ਹੈ, ਸਾਡੀ ਗੁਰੂ ਨਾਲ ਕਿੰਨੀ ਪ੍ਰੀਤ ਹੋਣੀ ਚਾਹੀਦੀ ਹੈ, ਇਹਦੀ ਉਦਾਹਰਣ ਦਿੰਦਿਆਂ ਵੀ ਮਾਂ ਤੇ ਪੁੱਤ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੈ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਜਿਵੇਂ ਮਾਂ ਉਹਦੇ ਬੱਚੇ ਦੇ ਮੂੰਹ 'ਚ ਪੈ ਗਿਆ ਤੇ ਮਾਂ ਸੰਤੁਸ਼ਟ ਹੈ, ਕੋਈ ਨਾ ਮੇਰਾ ਪੁੱਤ ਰੱਜ ਗਿਆ ਤੇ ਮੈਂ ਰੱਜ ਗਈ, ਕੋਈ ਚਿੰਤਾ ਨਹੀਂ। ਮੱਛੀ ਨੂੰ ਪਾਣੀ ਪ੍ਰਾਪਤ ਹੋ ਗਿਆ, ਉਹ ਸੰਤੁਸ਼ਟ ਹੈ। ਮਹਾਰਾਜ ਇਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤ ਦੀ ਗੱਲ ਕਰਦਿਆਂ ਵੀ ਕਹਿੰਦੇ ਗੁਰੂ ਪ੍ਰਸੰਨ ਹੈ, ਗੁਰੂ ਦੇ ਸਿੱਖ ਦੇ ਮੁਖ 'ਚ ਪੈ ਗਿਆ, ਸਮਝੋ ਗੁਰੂ ਤ੍ਰਿਪਤ ਹੈ, ਗੁਰੂ ਰੱਜ ਗਿਆ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੀ ਮਾਂ
ਆਪਣੇ ਸੁੱਖਾਂ ਲੱਦੇ ਪੁੱਤ ਦੇ ਲਈ ਹਮੇਸ਼ਾ ਰੱਬ ਕੋਲੋਂ ਲੰਬੀਆਂ ਉਮਰਾਂ ਦੀ ਦੁਆਵਾਂ ਕਰਦੀ ਹੈ, ਬੱਚੇ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਦੀ ਹੈ, ਬੱਚੇ ਦੀ ਵਿਦਿਆ ਦੀਆਂ ਅਰਦਾਸਾਂ ਕਰਦੀ ਹੈ, ਕਾਰੋਬਾਰਾਂ ਦੀਆਂ ਸਫਲਤਾਵਾਂ ਤਰੱਕੀਆਂ ਦੀਆਂ ਦੁਆਵਾਂ ਕਰਦੀ ਹੈ। ਅੱਜ ਪੁੱਤ ਨੇ ਮਾਂ ਦੇ ਲੱਖਾਂ ਉਪਕਾਰ ਭੁਲਾ ਦਿੱਤੇ, ਪੁੱਤ ਬਣ ਗਿਆ ਕਪੁੱਤ ਤੇ ਮਾਂ ਦੇ ਨਾਲ ਇਹਨੇ ਝਗੜਾ ਬਖੇੜਾ ਸ਼ੁਰੂ ਕਰ ਦਿੱਤਾ। ਤੇ ਕੀਤਾ ਕਿਹਦੇ ਕਹਿਣ ਤੇ? ਘਰ ਵਾਲੀ ਦੇ ਕਹਿਣ ਤੇ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਇਹ ਇਦਾਂ ਦਾ ਸਾਕਤ ਨਿਕਲਿਆ, ਜਦੋਂ ਪੈਦਾ ਹੋਇਆ ਸੀ ਉਦੋਂ ਰੱਬ ਨੂੰ ਭੁਲਾ ਦਿੱਤਾ ਤੇ ਜਿੱਦਣ ਵਿਆਹਿਆ ਗਿਆ ਉਦਣ ਰੱਬ ਵਰਗੇ ਮਾਂ ਬਾਪ ਨੂੰ ਭੁਲਾ ਦਿੱਤਾ। ਜੰਮੇ ਸਾਈਂ ਵਿਸਾਰਿਆ, ਵਿਆਹਿਆ ਮਾਂ ਪਿਓ ਵਿਸਾਰੇ। ਤੇ ਫਿਰ ਅੱਗੇ ਚੱਲ ਕੇ ਭਾਈ ਗੁਰਦਾਸ ਸਾਹਿਬ ਨੇ ਹੋਰ ਦੁਖਦਾਈ ਪਹਿਲੂ ਸਾਡੇ ਸਾਹਮਣੇ ਇਹ ਰੱਖਿਆ ਸਾਡੇ ਜੀਵਨ ਦਾ, ਕਿ ਜਿਹੜੇ ਮਾਂ ਬਾਪ ਦਾ ਬੁਢਾਪੇ ਦੇ ਵਿੱਚ ਸਹਾਰਾ ਹੁੰਦੀ ਹੈ ਔਲਾਦ, ਕਿਉਂਕਿ ਇਹ ਫੁਲਵਾੜੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ ਕਿ ਜਦੋਂ ਅਸੀਂ ਬੁਢਾਪੇ 'ਚ ਪਹੁੰਚੀਏ ਤੇ ਮਾਲਕ ਨੇ ਇਹ ਇੱਕ ਸਾਡੇ ਲਈ ਪ੍ਰਬੰਧ ਕੀਤਾ ਹੈ ਕਿ ਉਦੋਂ ਸਾਡੇ ਧੀਆਂ ਪੁੱਤਰ ਪੋਤਰੇ ਬਜ਼ੁਰਗਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ। ਸੁਖਮਨੀ ਸਾਹਿਬ ਅੰਦਰ ਆਪਾਂ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਬਿਰਧ ਭਇਆ ਉਪਰ ਸਾਕ ਸੈਨ। ਤੇ ਉਹਨਾਂ ਦਾ ਫਰਜ਼ ਕੀ ਹੈ? ਮੁਖ ਅਪਿਆਓ ਬੈਠ ਕੋ ਦੇਣ। ਬਜ਼ੁਰਗ ਬੈਠਿਆਂ ਬਿਠਾਇਆ ਮੰਗਣ, ਔਲਾਦ ਦਾ ਫਰਜ਼ ਬਣਦਾ ਹੈ ਕਿ ਉਸੇ ਵਕਤ ਬਜ਼ੁਰਗਾਂ ਦੇ ਮੂੰਹ 'ਚ ਪਾਵੇ, ਉਸੇ ਵਕਤ ਪਾਵੇ। ਜਿਵੇਂ ਬੱਚਾ ਛੋਟਾ ਜਿਹਾ ਹੁੰਦਾ ਮੰਜੇ ਤੇ ਪਿਆ ਬਸ ਫਰਮਾਇਸ਼ ਕਰਦਾ ਹੈ ਤੇ ਮਾਂ ਉੱਥੋਂ ਤੱਕ ਬੱਚੇ ਦੇ ਲਈ ਜੋ ਮੰਗਦਾ ਹੈ ਪਹੁੰਚਾ ਦਿੰਦੀ ਹੈ। ਇਸੇ ਤਰ੍ਹਾਂ ਜਿਵੇਂ ਬੱਚਾ ਬਚਪਨ ਦੇ ਵਿੱਚ ਸੀ, ਸਹਾਰਾ ਮਾਤਾ ਪਿਤਾ ਸੀ, ਅੱਜ ਮਾਂ ਪਿਓ ਬੁਢਾਪੇ ਦੇ ਵਿੱਚ ਚਲੇ ਗਏ ਨੇ ਤੇ ਉਹਨਾਂ ਦਾ ਸਹਾਰਾ ਹੈ ਉਹਨਾਂ ਦੀ ਔਲਾਦ, ਉਹਨਾਂ ਦਾ ਪੁੱਤ, ਉਹਨਾਂ ਦੀ ਨੂੰਹ। ਤੇ ਹੁਣ ਜਿਨ੍ਹਾਂ ਨੇ ਮਾਂ ਬਾਪ ਦੇ ਬੁਢਾਪੇ ਦੇ ਵਿੱਚ ਸਹਾਰਾ ਬਣਨਾ ਸੀ, ਉਹ ਭਾਈ ਗੁਰਦਾਸ ਸਾਹਿਬ ਕਹਿੰਦੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁੱਕਰ ਗਏ। ਤੇ ਪੁੱਤ ਨੇ ਕੀ ਕੀਤਾ? ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਪੁੱਤ ਮਾਂ ਬਾਪ ਤੋਂ ਵੱਖਰਾ ਹੋ ਗਿਆ, ਆਪਣੀ ਘਰਵਾਲੀ ਨੂੰ ਲੈ ਕੇ ਵੱਖਰਾ। ਇਹ ਨਾ ਸੋਚਿਆ ਕਿ ਬੁਢਾਪੇ 'ਚ ਜਦੋਂ ਮੇਰੀ ਮਾਂ ਦੀਆਂ ਅੱਖਾਂ ਦੀ ਜੋਤ ਵੀ ਘਟ ਚੁੱਕੀ ਹੈ, ਉਹ ਕਿਵੇਂ ਪ੍ਰਸ਼ਾਦਾ ਪਾਣੀ ਪਕਾਏਗੀ, ਮੈਂ ਆਪ ਤੇ ਮੇਰੇ ਪਿਤਾ ਨੂੰ ਕਿੱਦਾਂ ਪਕਾ ਕੇ ਖਾਣਾ ਦੇਵੇਗੀ, ਕਿੱਥੋਂ ਮੇਰਾ ਪਿਓ ਬੁਢਾਪੇ 'ਚ ਕਮਾ ਕੇ ਲਿਆਵੇਗਾ। ਇਸ ਪਾਪੀ ਨੇ, ਭਾਈ ਸਾਹਿਬ ਕਹਿੰਦੇ, ਕੁਝ ਨਾ ਸੋਚਿਆ, ਬਸ ਆਪਣੀ ਰੰਨ ਨੂੰ ਲੈ ਕੇ ਤੇ ਵੱਖਰਾ ਹੋ ਗਿਆ। ਹੁਣ ਵੱਖਰਾ ਹੋ ਗਿਆ, ਮਾਂ ਬਾਪ ਤੋਂ ਵੱਖਰਾ ਰਹਿੰਦਾ ਹੈ। ਹੁਣ ਚਾਹੁੰਦਾ ਹੈ ਕਿ ਮੈਂ ਸਮਾਜ ਅੰਦਰ ਆਪਣਾ ਕੋਈ ਚੰਗਾ ਸਟੇਟਸ ਬਣਾ ਕੇ ਚੱਲਾਂ, ਲੋਕ ਬੜੀ ਮੇਰੀ ਸਿਫਤ ਕਰਨ, ਲੋਕ ਬੜੀ ਮੇਰੀ ਵਡਿਆਈ ਕਰਨ। ਉਹਦੇ ਲਈ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਬੰਦਾ ਬਾਹਰੋਂ ਧਰਮੀ, ਬਾਹਰੋਂ ਈਮਾਨ ਵਾਲਾ ਦਿਸਣ ਦਾ ਯਤਨ ਕਰਦਾ, ਹਾਲਾਂਕਿ ਅੰਦਰ ਉਹ ਈਮਾਨ ਨਹੀਂ ਹੈ, ਪਰ ਬਾਹਰੋਂ ਈਮਾਨ ਵਾਲਾ ਦਿਸਣ ਦਾ ਯਤਨ ਕਰਦਾ ਹੈ। ਫਿਰ ਉਹਦੇ ਲਈ ਭਾਈ ਸਾਹਿਬ ਕਹਿੰਦੇ ਇਹ ਕਈ ਤਰ੍ਹਾਂ ਦੇ ਜਿਹੜੇ ਧਰਮ ਕਰਮ ਹਨ ਉਹ ਵੀ ਸੰਸਾਰ ਦੀ ਲੋਕਾਚਾਰੀ ਦੇ ਲਈ ਕਰ ਕਰਕੇ ਵਿਖਾਉਂਦਾ ਹੈ ਕਿ ਲੋਕ ਬੜੇ ਸਲਾਉਣ ਕਿ ਬੰਦਾ ਬੜਾ ਧਰਮੀ ਹੈ, ਲੋਕ ਮੇਰੀ ਸਿਫਤ ਕਰਨ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਠੀਕ ਹੈ, ਹੋ ਸਕਦਾ ਤੂੰ ਦੁਨੀਆ ਤੋਂ ਓਲੇ ਰੱਖ ਕੇ ਆਪਣੇ ਮਾਂ ਬਾਪ ਦੇ ਨਾਲ ਧੱਕਾ ਕਰ ਰਿਹਾ ਹੋਵੇ, ਸੰਸਾਰ ਕੋਲੋਂ ਆਪਣੀ ਸਿਫਤ ਵਡਿਆਈ ਵੀ ਕਰਵਾ ਰਿਹਾ ਹੋਵੇ, ਪਰ ਚੇਤੇ ਰੱਖੀ ਜਿਹਨੇ ਮਾਂ ਬਾਪ ਨੂੰ ਨਹੀਂ ਸੰਭਾਲਿਆ ਉਹ ਬੰਦਾ ਜਿੰਨੇ ਮਰਜ਼ੀ ਬਾਹਰੋਂ ਧਰਮ ਕਰਮ ਕਰ ਲਵੇ, ਉਹਦਾ ਕੋਈ ਕਰਮ ਕਿਸੇ ਜਗ੍ਹਾ ਤੇ ਲੇਖੇ ਨਹੀਂ ਜੇ, ਕਬੂਲ ਨਹੀਂ ਜੇ। ਭਾਈ ਗੁਰਦਾਸ ਸਾਹਿਬ ਬਚਨ ਕਰਦੇ ਕਹਿੰਦੇ ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਇੱਕ ਪਾਸੇ ਬਾਪੂ ਆਵਾਜ਼ ਦੇ ਰਿਹਾ ਹੈ, ਬਿਰਧ ਮਾਤਾ ਪਿਆਸੀ ਆਵਾਜ਼ ਦਿੰਦੀ ਪਈ ਹੈ, ਪੁੱਤ ਤੋਂ ਪਾਣੀ ਮੰਗ ਰਹੀ ਹੈ, ਨੂੰਹ ਤੋਂ ਪਾਣੀ ਮੰਗ ਰਹੀ ਹੈ। ਇਹ ਪਾਣੀ ਦੇਣ ਦੀ ਬਜਾਏ ਉਲਟਾ ਚਾਰ ਗੱਲਾਂ ਉਹਨਾਂ ਨੂੰ ਸੁਣਾ ਦਿੰਦੇ ਹਨ, ਪਾਣੀ ਨਹੀਂ ਦਿੰਦੇ ਹਨ। ਮਾਂ ਬਾਪ ਦੀ ਆਵਾਜ਼ ਨਹੀਂ ਸੁਣੀ, ਜੋ ਉਹਨਾਂ ਕਿਹਾ ਨਹੀਂ ਸੁਣਿਆ। ਤੇ ਬੰਦਾ ਧਰਮ ਅਸਥਾਨ ਤੇ ਜਾ ਕੇ ਸੁਣੇ ਵੇਦ ਦੀ ਕਥਾ, ਕਤੇਬ ਦੀ ਕਥਾ, ਭਾਵੇਂ ਗੁਰਬਾਣੀ ਦੀ ਕਥਾ ਆਪਾਂ ਗੁਰੂ ਘਰ ਆ ਕੇ ਸੁਣੀਏ। ਜਿਹਨੇ ਮਾਂ ਬਾਪ ਦੀ ਆਵਾਜ਼ ਨਾ ਸੁਣੀ, ਉਹਦੀ ਸੁਣੀ ਹੋਈ ਕਥਾ ਕਹਾਣੀ ਵੀ ਲੇਖੇ ਨਹੀਂ ਜੇ ਪੈਂਦੀ। ਹਾਲਾਂਕਿ ਕਥਾ
ਰੱਬੀ ਵਡਿਆਈਆਂ ਸੁਣਨੀਆਂ, ਪੜ੍ਹਨੀਆਂ, ਗਾਉਣੀਆਂ, ਇਹਨਾਂ ਦੀ ਆਪਣੀ ਮਹਾਨਤਾ ਹੈ। ਸੁਣਤੇ ਪੁਨੀਤ ਕਹਤੇ ਪਵਿੱਤ, ਇਹ ਵਡਿਆਈ ਹੈ ਇਹਨਾਂ ਦੀ। ਸੁਣ ਸੁਣ ਕੇ ਮਹਾਰਾਜ ਕਹਿੰਦੇ ਕਿੱਥੋਂ ਦਾ ਕਿੱਥੇ ਬੰਦਾ ਪਹੁੰਚ ਜਾਂਦਾ ਹੈ। 4 ਪੌੜੀਆਂ ਸੁਣਨ ਦੀਆਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਬਖਸ਼ਿਸ਼ ਕੀਤੀਆਂ, ਪਰ ਨਾਲ ਇਹ ਇੱਕ ਕੰਡੀਸ਼ਨ ਵੀ ਰੱਖ ਦਿੱਤੀ ਕਿ ਇੱਥੇ ਆ ਕੇ ਸੁਣਿਆ ਉਹਦਾ ਕਬੂਲ ਜੇ ਜਿਨ੍ਹਾਂ ਨੇ ਘਰ 'ਚ ਆਪਣੇ ਮਾਂ-ਬਾਪ ਨੂੰ ਸੁਣਿਆ ਹੈ। ਜਿਹਨੇ ਉਹਨਾਂ ਦੀ ਸੁਣੀ ਉਹਦਾ ਇੱਥੇ ਵੀ ਸੁਣਿਆ ਕਬੂਲ, ਤੇ ਜਿਹਨੇ ਉੱਥੇ ਮਾਂ-ਬਾਪ ਦੀ ਨਹੀਂ ਸੁਣੀ ਉਹ ਇੱਥੇ ਆ ਕੇ ਜਿੰਨਾ ਮਰਜ਼ੀ ਸੁਣਦਾ ਰਵੇ, ਉਹਦਾ ਭੇਦ ਨਾ ਜਾਣੈ ਕਥਾ ਕਹਾਣੀ। ਉਹ ਕਿਸੇ ਕਥਾ ਕਹਾਣੀ ਦੇ ਭੇਦ ਨੂੰ ਨਹੀਂ ਜਾਣ ਸਕਦਾ ਹੈ, ਕਿਉਂਕਿ ਗੁਰੂ ਦੀ ਇੱਥੇ ਆ ਕੇ ਵੀ ਤੇ ਆਪਾਂ ਉਹ ਕੁਝ ਸਿੱਖਦੇ। ਗੁਰਦੁਆਰਾ ਕੀ ਹੈ, ਸੰਗਤ ਕੀ ਹੈ? ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖ। ਇਹ ਤੇ ਇੱਕ ਪਾਠਸ਼ਾਲਾ ਹੈ, ਇੱਥੋਂ ਤੇ ਆਪਾਂ ਪਾਠ ਸਿੱਖ ਕੇ ਜਾਣਾ ਹੈ। ਉਹ ਜਦੋਂ ਆਪਾਂ ਗੁਰਦੁਆਰੇ ਤੋਂ ਬਾਹਰ ਸਮਾਜ ਅੰਦਰ ਪਰਿਵਾਰ 'ਚ ਵਿਚਰਦੇ ਹਾਂ, ਉੱਥੇ ਗੁਰੂ ਕੋਲੋਂ ਸਿੱਖੇ ਹੋਏ ਪਾਠ ਨੂੰ ਆਪਾਂ ਆਪਣੇ ਜੀਵਨ 'ਚ ਅਪਣਾਉਣਾ ਹੈ। ਇੱਥੇ ਬੰਦਾ ਗੁਰੂ ਕੋਲ ਆ ਕੇ ਸੁਣ ਜਾਵੇ ਕਿ ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ, ਕਾਹੇ ਪੂਤ ਝਗਰਤ ਹੋ ਸੰਗ ਬਾਪ। ਸ਼ਬਦ ਦਾ ਕੀਰਤਨ ਚੱਲ ਰਿਹਾ ਹੋਵੇ ਕਿ ਮਾਂ ਪਿਓ ਦੇ ਨਾਲ ਨਹੀਂ ਝਗੜਨਾ ਚਾਹੀਦਾ, ਮਾਂ ਪਿਓ ਛੱਡ ਵੱਡੇ ਹਥਿਆਰੇ, ਬੰਦਾ ਇੱਥੇ ਸ਼ਬਦ ਕੀਰਤਨ ਬੜਾ ਝੂਮ ਝੂਮ ਕੇ ਸੁਣ ਕੇ ਜਾਏ ਘਰ, ਤੇ ਘਰ ਜਾਂਦਿਆਂ ਹੀ ਮਾਂ ਦੇ ਨਾਲ ਪਿਤਾ ਦੇ ਨਾਲ ਝਗੜਨਾ ਸ਼ੁਰੂ ਕਰ ਦੇਵੇ, ਉਹਦਾ ਸੁਣਿਆ ਕੀ ਪ੍ਰਵਾਨ ਪੈਣਾ ਹੈ? ਕਿਉਂਕਿ ਇੱਥੋਂ ਤੇ ਉਹ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ, ਤੇ ਜੇ ਉਸ ਮੈਸੇਜ ਨੂੰ ਅੱਗੇ ਅਸੀਂ ਘਰ ਜਾ ਕੇ ਅਪਣਾਇਆ ਹੀ ਨਾ, ਜਿੰਨਾ ਮਰਜ਼ੀ ਝੂਮ ਝੂਮ ਕੇ ਗਾ ਲਈਏ, ਜਿੰਨਾ ਮਰਜ਼ੀ ਝੂਮ ਝੂਮ ਕੇ ਪੜ੍ਹ ਲਈਏ, ਜਿੰਨਾ ਮਰਜ਼ੀ ਵਿਚਾਰ ਲਈਏ, ਉਹਦਾ ਲਾਭ ਕੀ ਹੋਣਾ? ਲਾਭ ਤੇ ਉਹੀ ਹੈ ਨਾ, ਸਤਿਗੁਰੂ ਬਾਣੀ 'ਚ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਜਿਹਨੇ ਆਗਿਆ ਨੂੰ ਸਤ ਕਰਕੇ ਮੰਨਿਆ ਉਹਦਾ ਤੇ ਗਾਵਿਆ ਪ੍ਰਮਾਣ, ਸੁਣਿਆ ਪ੍ਰਮਾਣ, ਤੇ ਜਿਹਨੇ ਆਗਿਆ ਨੂੰ ਨਹੀਂ ਮੰਨਿਆ ਉਹਦਾ ਗਾਵਿਆ ਸੁਣਿਆ ਵੀ ਕਬੂਲ ਪ੍ਰਵਾਨ ਨਹੀਂ ਪੈਂਦਾ। ਸੋ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਂ ਪਿਓ ਪਰ ਹਰ, ਪਰ ਹਰ ਦਾ ਮਤਲਬ ਹੈ ਤਿਆਗਣਾ। ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੈ ਤਪ, ਵਣ ਖੰਡ ਭੁੱਲਾ ਫਿਰੈ ਬਿਬਾਣੀ। ਫਿਰ ਭਾਈ ਸਾਹਿਬ ਕਹਿੰਦੇ ਕੋਈ ਇੱਦਾਂ ਦਾ ਅਡੰਬਰ ਕਰੇ, ਘਰ 'ਚ ਬਜ਼ੁਰਗ ਮਾਂ ਬਾਪ ਹੋਣ, ਉਹਨਾਂ ਨੂੰ ਸਹਾਰੇ ਦੀ ਸੇਵਾ ਦੀ ਲੋੜ ਹੈ, ਤੇ ਬੰਦਾ ਉਹਨਾਂ ਨੂੰ ਛੱਡ ਕੇ ਕਵੇ ਜੀ ਆਪਾਂ ਤਾਂ ਚੱਲੇ ਆ ਜੰਗਲ ਦੇ ਵਿੱਚ ਜਾ ਕੇ ਬਹਿ ਕੇ ਤਪੱਸਿਆ ਸਾਧਾਂਗੇ, ਘਾਲਣਾ ਘਾਲਾਂਗੇ, ਕੋਈ ਤਪ ਕਰਾਂਗੇ, ਕੋਈ ਕਮਾਈ ਕਰਾਂਗੇ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਸਮਝੋ ਜਿਵੇਂ ਬੰਦਾ ਰਾਹੋਂ ਕੁਰਾਹੇ ਪਿਆ ਹੋਇਆ ਹੈ ਤੇ ਜੰਗਲ ਬੀਆਬਾਨ ਦੇ ਵਿੱਚ ਉਹ ਭਟਕ ਰਿਹਾ ਹੈ। ਭਟਕ ਭਾਵੇਂ ਆਪਣੇ ਆਪ ਨੂੰ ਉਹ ਕਵੇ ਮੈਂ ਤਪ ਸਾਧ ਰਿਹਾ ਹਾਂ, ਪਰ ਸੱਚ ਇਹ ਹੈ ਕਿ ਉਹ ਕੋਈ ਤਪ ਨਹੀਂ ਸਾਧ ਰਿਹਾ, ਉਹ ਤੇ ਜੰਗਲ ਬੀਆਬਾਨ ਦੇ ਵਿੱਚ ਭਟਕ ਰਿਹਾ ਹੈ, ਜਿਹੜਾ ਮਾਂ ਬਾਪ ਨੂੰ ਛੱਡ ਕੇ ਕਹਿੰਦਾ ਮੈਂ ਤਪ ਸਾਧਣ ਚੱਲਿਆ। ਭਾਵ ਮਾਂ ਬਾਪ ਦੀ ਸੇਵਾ ਤੋਂ ਵੱਡਾ ਤਪ ਕੋਈ ਨਹੀਂ ਹੈ। ਅੱਗੇ ਭਾਈ ਸਾਹਿਬ ਕਹਿੰਦੇ ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਕੋਈ ਦੇਵੀ ਦੇਵਤਾ ਉਸ ਬੰਦੇ ਦੀ ਸੇਵਾ ਨੂੰ ਕਬੂਲ ਨਹੀਂ ਜੇ ਕਰਦਾ ਜਿਹੜਾ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦਾ। ਇੱਕ ਸਾਖੀ ਆਪਾਂ ਦਸਮ ਪਾਤਸ਼ਾਹ ਜੀ ਦੇ ਜੀਵਨ ਚੋਂ ਪੜ੍ਹਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਣੀ ਮੰਗਿਆ, ਤੇ ਇੱਕ ਸਿੱਖ ਪਾਣੀ ਦਾ ਛੰਨਾ ਭਰ ਕੇ ਸਤਿਗੁਰਾਂ ਦੇ ਸਾਹਮਣੇ ਲਿਆ ਕੇ ਭੇਟ ਕਰਦਾ, ਮਹਾਰਾਜ ਛਕੋ ਜਲ। ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਿੱਖ ਦੇ ਹੱਥੋਂ ਪਾਣੀ ਦਾ ਛੰਨਾ ਫੜਿਆ, ਮਹਾਰਾਜ ਨੇ ਵੇਖਿਆ ਸਿੱਖ ਦੇ ਹੱਥ ਬੜੇ ਕੋਮਲ ਹਨ, ਹੱਥਾਂ ਨੂੰ ਹੱਥ ਜਦੋਂ ਟੱਚ ਹੋਏ ਲੱਗੇ, ਤੇ ਸਤਿਗੁਰੂ ਕਹਿਣ ਲੱਗੇ ਕਦੇ ਕੋਈ ਸੇਵਾ ਨਹੀਂ ਕੀਤੀ, ਕਦੇ ਕੋਈ ਕਿਰਤ ਨਹੀਂ ਕੀਤੀ। ਇਹ ਕਹਿਣ ਲੱਗਾ ਮਹਾਰਾਜ ਤੁਹਾਡੀ ਬੜੀ ਕਿਰਪਾ ਹੈ, ਘਰ 'ਚ ਧਨ ਦੌਲਤ ਪਦਾਰਥਾਂ ਦੀ ਕੋਈ ਘਾਟ ਨਹੀਂ ਹੈ, ਨੌਕਰ ਚਾਕਰ ਕੰਮ ਕਰਨ ਵਾਲੇ ਬੜੇ ਨੇ, ਕਦੇ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਪਈ। ਮਹਾਰਾਜ ਕਹਿਣ ਲੱਗੇ ਕਦੇ ਸੇਵਾ ਨਹੀਂ ਕੀਤੀ, ਜੇ ਬਹੁਤੀ ਨਹੀਂ ਤੇ ਘਰ ਦੇ ਮਾਂ ਬਾਪ ਦੀ ਸੇਵਾ ਤੇ ਹਰ ਬੰਦੇ ਦਾ ਫਰਜ਼ ਬਣਦਾ, ਉਹਦਾ ਅਮੀਰੀ ਤੇ ਗਰੀਬੀ ਦੇ ਨਾਲ ਕੋਈ ਸੰਬੰਧ ਨਹੀਂ ਜੇ ਮਾਂ ਬਾਪ ਦੀ ਸੇਵਾ ਪ੍ਰਤੀ।
ਮਾਂ-ਬਾਪ ਦੀ ਸੇਵਾ ਪ੍ਰਤੀ। ਵੱਡੇ ਤੋਂ ਵੱਡੇ ਅਹੁਦੇ ਦਾ ਵੀ ਉੱਥੇ ਕੋਈ ਫਰਕ ਨਹੀਂ ਪੈਂਦਾ ਹੈ। ਬੰਦਾ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਅਹੁਦੇ ਤੇ ਪਹੁੰਚ ਜਾਵੇ, ਪਰ ਕਦੇ ਬੰਦਾ ਮਾਂ-ਬਾਪ ਤੋਂ ਵੱਡਾ ਨਹੀਂ ਬਣਦਾ ਹੈ। ਇਤਿਹਾਸ 'ਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਸਮਝ ਨਹੀਂ ਸਕੇ, ਕਿਉਂਕਿ ਉਹ ਆਪਣਾ ਪੁੱਤਰ ਹੀ ਸਮਝਦੇ ਸਨ। ਤੇ ਜਿਵੇਂ ਇੱਕ ਪਿਤਾ ਆਪਣੇ ਬੱਚੇ ਪ੍ਰਤੀ ਸੋਚਦਾ, ਉੱਦਾਂ ਹੀ ਮਹਿਤਾ ਕਾਲੂ ਦੀ ਸੋਚ ਸੀ ਕਿ ਮੇਰਾ ਬੱਚਾ ਪੜ੍ਹੇ ਲਿਖੇ, ਕਿਰਤ ਵਿਰਤ ਕੋਈ ਕਾਰੋਬਾਰ ਕਰੇ, ਚੰਗਾ ਧਨ ਕਮਾਵੇ। ਉਹਦੇ ਲਈ ਮਹਿਤਾ ਕਾਲੂ ਜੀ ਨੇ ਬਹੁਤ ਕੋਸ਼ਿਸ਼ਾਂ ਵੀ ਕੀਤੀਆਂ। ਮਹਾਰਾਜ ਜੀ ਨੂੰ ਖੇਤੀਬਾੜੀ 'ਤੇ ਵੀ ਲਾਇਆ, ਵਪਾਰ 'ਤੇ ਵੀ ਲਾਇਆ, ਔਰ ਦੁਕਾਨਦਾਰੀ 'ਤੇ ਵੀ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਜੋ ਮਹਿਤਾ ਕਾਲੂ ਦੀ ਸੋਚ ਸੀ, ਉਸ ਸੋਚ ਮੁਤਾਬਕ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਹੀਂ ਚੱਲੇ, ਇੱਕ ਸਮਾਂ ਐਸਾ ਵੀ ਆਇਆ ਜਦੋਂ ਮਹਾਰਾਜ ਨੇ 20 ਰੁਪਈਆਂ ਦੀਆਂ ਲੋੜਵੰਦਾਂ ਨੂੰ ਭੋਜਨ ਪਾਣੀ ਛਕਾ ਦਿੱਤਾ। ਮਹਿਤਾ ਕਾਲੂ ਨੇ 2 ਚਪੇੜਾਂ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਮੂੰਹ ਤੇ ਮਾਰ ਦਿੱਤੀਆਂ ਕਿ ਤੂੰ ਮੇਰੇ ਪੈਸੇ ਬਰਬਾਦ ਕਰ ਆਇਆ। ਕਿਉਂ? ਕਿਉਂਕਿ ਉਹ ਇਹ ਨਹੀਂ ਸੀ ਜਾਣਦੇ ਕਿ ਜਿਹਨੂੰ ਮੈਂ ਆਪਣਾ ਪੁੱਤ ਸਮਝਦਾ ਹਾਂ, ਇਹ ਤੇ ਰੱਬ ਹੈ, ਇਹ ਤੇ ਖੁਦਾ ਹੈ, ਇਹ ਤੇ ਪਰਮੇਸ਼ਰ ਹੈ। ਪਰ ਇੱਕ ਸਮਾਂ ਐਸਾ ਆਇਆ ਜਦੋਂ ਮਹਿਤਾ ਕਾਲੂ ਨੂੰ ਪਤਾ ਲੱਗ ਗਿਆ ਕਿ ਜੋ ਲੋਕ ਕਹਿੰਦੇ ਸਨ ਉਹ ਠੀਕ ਸੀ, ਜੋ ਮੈਂ ਸਮਝਦਾ ਸਾਂ ਉਹ ਗਲਤ ਹੈ। ਸਾਰੀ ਦੁਨੀਆ ਕਹਿ ਰਹੀ ਸੀ ਮਹਿਤਾ ਕਾਲੂ ਜੀ ਤੁਹਾਡਾ ਪੁੱਤ ਤੇ ਪਰਮੇਸ਼ਰ ਹੈ, ਮੈਂ ਨਹੀਂ ਸੀ ਮੰਨਦਾ। ਮੈਂ ਕਹਿੰਦਾ ਸਾਂ ਲੋਕ ਐਵੇਂ ਕਮਲੇ ਨੇ ਜਿਹੜੇ ਕਹੀ ਜਾਂਦੇ ਨੇ। ਪਰ ਅੱਜ ਮਹਿਤਾ ਕਾਲੂ ਜੀ ਨੂੰ ਅਹਿਸਾਸ ਹੋ ਗਿਆ ਕਿ ਨਾਨਕ ਤਾਂ ਵਾਕਿਆ ਹੀ ਖੁਦਾ ਹੈ, ਵਾਕਿਆ ਹੀ ਪਰਮੇਸ਼ਰ ਹੈ। ਜਿੱਦਣ ਹੁਣ ਮਹਿਤਾ ਕਾਲੂ ਜੀ ਨੂੰ ਅਹਿਸਾਸ ਹੋ ਗਿਆ, ਉਦਣ ਕੁਦਰਤੀ ਗੱਲ ਸੀ, ਜਿਵੇਂ ਬਾਕੀ ਦੁਨੀਆ ਗੁਰੂ ਨਾਨਕ ਜੀ ਦੇ ਚਰਨਾਂ 'ਤੇ ਝੁਕਦੀ, ਅੱਜ ਮਹਿਤਾ ਕਾਲੂ ਨੇ ਵੀ ਹੱਥ ਜੋੜੇ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਰਾਂ 'ਤੇ ਝੁਕ ਗਏ ਮਹਿਤਾ ਕਾਲੂ। ਤੇ ਬੜੇ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਤੇ ਝੁਕਦੇ ਸਨ, ਕੋਈ ਵੱਡੀ ਗੱਲ ਨਹੀਂ ਸੀ। ਸਾਰੀ ਦੁਨੀਆ ਝੁਕੀ ਆ। ਭਾਈ ਗੁਰਦਾਸ ਸਾਹਿਬ ਕਹਿੰਦੇ ਗੜ ਬਗਦਾਦ ਨਿਵਾਏ ਕੈ ਮੱਕਾ ਮਦੀਨਾ ਸਭੇ ਨਿਵਾਇਆ। ਸਾਰੀ ਦੁਨੀਆ ਸਤਿਗੁਰੂ ਜੀ ਦੇ ਅੱਗੇ ਝੁਕੀ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਜਿਸ ਦਿਨ ਮਹਿਤਾ ਕਾਲੂ ਨੇ ਝੁਕ ਕੇ ਨਮਸਕਾਰ ਕਰਨ ਦੀ ਕੋਸ਼ਿਸ਼ ਕੀਤੀ, ਗੁਰੂ ਨਾਨਕ ਇੱਕਦਮ ਪਿੱਛੇ ਹੋ ਗਏ। ਪਿਤਾ ਜੀ ਇਹ ਕੀ ਕਰ ਰਹੇ ਹੋ, ਇਹ ਕੀ ਕਰ ਰਹੇ ਹੋ? ਤੇ ਮਹਿਤਾ ਕਾਲੂ ਕਹਿਣ ਲੱਗਾ ਮੈਂ ਖੁਦਾ ਅੱਗੇ ਸਿਜਦਾ ਕਰ ਰਿਹਾ ਹਾਂ, ਮੈਂ ਰੱਬ ਅੱਗੇ ਸਿਰ ਝੁਕਾਉਂਦਾ ਪਿਆ ਹਾਂ, ਕਿਉਂਕਿ ਅੱਜ ਮੈਨੂੰ ਪਤਾ ਲੱਗ ਗਿਆ ਹੈ ਕਿ ਜਿਹਨੂੰ ਮੈਂ ਅੱਜ ਤੱਕ ਆਪਣਾ ਪੁੱਤ ਸਮਝਦਾ ਰਿਹਾ ਉਹ ਮੇਰਾ ਪੁੱਤ ਨਹੀਂ, ਉਹ ਤੇ ਪਰਮੇਸ਼ਰ ਹੈ। ਤੇ ਗੁਰੂ ਨਾਨਕ ਮਹਾਰਾਜ ਨੇ ਉੱਥੇ ਕਿਹਾ ਸੀ ਪਿਤਾ ਜੀ, ਪਿਤਾ ਜੀ ਔਲਾਦ ਭਾਵੇਂ ਪਰਮੇਸ਼ਰ ਵੀ ਕਿਉਂ ਨਾ ਹੋਵੇ, ਪੁੱਤ ਭਾਵੇਂ ਪਰਮੇਸ਼ਰ ਰੂਪ ਵੀ ਕਿਉਂ ਨਾ ਹੋਵੇ, ਪਰ ਮਾਂ ਬਾਪ ਤੋਂ ਕਦੇ ਵੱਡਾ ਨਹੀਂ ਹੋ ਸਕਦਾ ਹੈ, ਕਿਉਂਕਿ ਮਾਂ ਬਾਪ ਕਰਕੇ ਹੀ ਤੇ ਉਹ ਸੰਸਾਰ 'ਚ ਪੈਦਾ ਹੋਇਆ ਹੈ। ਇਸ ਕਰਕੇ ਔਲਾਦ ਭਾਵੇਂ ਪਰਮੇਸ਼ਰ ਵੀ ਹੋਵੇ ਤਾਂ ਵੀ ਇਹ ਨਹੀਂ ਕਿ ਆਪਣੇ ਮਾਂ ਬਾਪ ਨੂੰ ਆਪਣੇ ਪੈਰਾਂ 'ਚ ਝੁਕਾਵੇ। ਬੱਚੇ ਹੀ ਮਾਂ ਬਾਪ ਦੇ ਪੈਰਾਂ 'ਚ ਚਰਨਾਂ 'ਚ ਝੁਕਦੇ ਸੋਹਣੇ ਲੱਗਦੇ ਹਨ। ਇਸ ਕਰਕੇ ਕੋਈ ਅਮੀਰ ਹੋਵੇ, ਗਰੀਬ ਹੋਵੇ, ਕਿਸੇ ਉੱਚੇ ਅਹੁਦੇ ਤੇ ਪਹੁੰਚ ਗਿਆ ਹੋਵੇ, ਗੱਲ ਵੱਖਰੀ ਹੈ, ਪਰ ਮਾਂ ਬਾਪ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਠੀਕ ਹੈ ਤੇਰੇ ਕਾਰੋਬਾਰ ਬੜੇ ਸੋਹਣੇ ਚੱਲਦੇ ਹੋਣਗੇ, ਤੂੰ ਕੰਮਕਾਰ ਕੋਈ ਨਾ ਕੀਤਾ, ਗੱਲ ਵੱਖਰੀ ਹੈ, ਕਦੇ ਸੇਵਾ ਵੀ ਨਹੀਂ ਕੀਤੀ, ਮਾਂ ਬਾਪ ਦੀ ਸੇਵਾ ਵੀ ਨਹੀਂ ਕੀਤੀ। ਕਹਿਣ ਲੱਗਾ ਜੀ ਉਹਦੇ ਲਈ ਵੀ ਬਹੁਤ ਨੌਕਰ ਚਾਕਰ ਹਾਜ਼ਰ ਨੇ, ਉਹਨਾਂ ਦੇ ਹਰ ਹੁਕਮ ਨੂੰ ਮੰਨਣ ਦੇ ਲਈ ਮੈਨੂੰ ਕਦੇ ਕੋਈ ਖੇਚਲ ਨਹੀਂ ਕਰਨੀ ਪਈ। ਤੇ ਮਹਾਰਾਜ ਨੇ ਪਾਣੀ ਦਾ ਛੰਨਾ ਡੋਲ ਦਿੱਤਾ ਕਿ ਜਿਹੜੇ ਹੱਥਾਂ ਨੇ ਕਦੇ ਸੇਵਾ ਨਹੀਂ ਕੀਤੀ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨ। ਜਿਹੜੇ ਹੱਥਾਂ ਨੇ ਕਦੇ ਆਪਣੇ ਮਾਂ ਬਾਪ ਨੂੰ ਪਾਣੀ ਨਹੀਂ ਪੁੱਛਿਆ ਫੜਾਇਆ, ਅਸੀਂ ਵੀ ਉਹਨਾਂ ਹੱਥਾਂ ਦਾ ਪਾਣੀ ਕਬੂਲ ਨਹੀਂ ਕਰਾਂਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਜਿਹੜਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਤੇ ਜਿੰਨੇ ਮਰਜ਼ੀ ਦੇਵੀ ਦੇਵਤਿਆਂ ਦੀ ਪੂਜਾ ਸੇਵਾ ਕਰਦਾ ਰਵੇ, ਕੋਈ ਦੇਵੀ ਦੇਵਤਾ ਵੀ ਉਹਦੀ ਸੇਵਾ ਨੂੰ ਕਬੂਲ ਨਹੀਂ ਜੇ ਕਰਦਾ। ਫਿਰ ਮਾਂ ਪਿਓ ਪਰ ਹਰ ਨਾਵਣਾ 68 ਤੀਰਥ ਘੁੰਮਣ ਵਾਣੀ। ਕੋਈ ਮਾਂ ਪਿਓ ਨੂੰ ਛੱਡ, ਮਾਂ ਪਿਓ ਦੀ ਸੇਵਾ ਨੂੰ ਛੱਡ
ਜਿੰਨੇ ਮਰਜੀ ਤੀਰਥਾਂ ਤੇ ਜਾ ਕੇ ਬੰਦਾ ਨਹਾਉਣ ਦੇ ਲਈ ਚਲਿਆ ਜਾਵੇ, ਜੀ ਅਸੀਂ 68 ਤੀਰਥਾਂ ਦੇ ਇਸ਼ਨਾਨ ਦੇ ਲਈ ਚੱਲੇ ਹਾਂ, ਭਾਈ ਸਾਹਿਬ ਕਹਿੰਦੇ ਸਭ ਪਖੰਡ ਧੋਖਾ ਫਰੇਬ ਜੇ ਜਿਹੜਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਜਿੰਨੇ ਹੱਥੇ ਕਦੇ ਬਜ਼ੁਰਗ ਮਾਂ ਪਿਓ ਦਾ ਇਸ਼ਨਾਨ ਨਹੀਂ ਕਰਵਾਇਆ, ਜਿਹੜੇ ਆਪ ਸਮਰੱਥ ਨਹੀਂ ਉਹਨਾਂ ਦਾ ਜਿੰਨੇ ਕਦੇ ਹੱਥੀ ਇਸ਼ਨਾਨ ਨਹੀਂ ਕਰਾਇਆ, ਜਿੰਨੇ ਮਰਜੀ ਜਾ ਕੇ ਤੀਰਥਾਂ ਤੇ ਨਹਾਉਂਦਾ ਰਵੇ ਉਹਦਾ ਕੋਈ ਇਸ਼ਨਾਨ ਵੀ ਕਬੂਲ ਨਹੀਂ ਹੈ। ਫਿਰ ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਬੜੇ ਲੋਕ ਐਸੇ ਨੇ, ਸਾਡੇ ਤੁਹਾਡੀ ਜਾਣਕਾਰੀ ਦੇ ਵਿੱਚ ਵੀ ਐਸੇ ਹੋਣਗੇ। ਘਰ ਮਾਂ ਪਿਓ ਭੁੱਖਾ ਮਰ ਰਿਹਾ ਹੈ, ਉਹਨਾਂ ਨੂੰ ਭੋਜਨ ਦੀ ਗਰਾਹੀ ਦੇਣ ਦੇ ਲਈ ਤਿਆਰ ਨਹੀਂ ਹਨ। ਕੋਈ ਮਾਂ ਨੂੰ 4 ਨਵੇਂ ਸੂਟ ਸਵਾ ਕੇ ਦੇਣ ਦੇ ਲਈ ਤਿਆਰ ਨਹੀਂ ਹੈ ਬੰਦਾ। ਹੋਰ ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਦਵਾ ਦਾਰੂ, ਉਹ ਤੱਕ ਲੈ ਕੇ ਦੇਣ ਦੇ ਲਈ ਤਿਆਰ ਨਹੀਂ ਹੈ। ਤੇ ਬਾਹਰ ਬੰਦਾ ਬੜੇ ਦਾਨ ਪੁੰਨ ਦੇ ਵਿਖਾਵੇ ਕਰੇਗਾ, ਜੀ ਮੈਂ ਲੋੜਵੰਦਾਂ ਨੂੰ ਦਾਨ ਕਰ ਰਿਹਾ, ਫੋਟੋਆਂ ਖਿਚਾ ਖਿਚਾ ਕੇ ਦੂਜਿਆਂ 'ਚ ਆਪਣਾ ਪ੍ਰਚਾਰ ਪ੍ਰਸਾਰ ਕਰੇਗਾ, ਮੈਂ ਬੜਾ ਦੂਜਿਆਂ ਦਾ ਭਲਾ ਕਰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਤੂੰ ਆਪਣੇ ਮਾਂ ਪਿਓ ਨੂੰ ਭੋਜਨ ਨਹੀਂ ਦਿੱਤਾ, ਜਿੰਨੀ ਮਰਜ਼ੀ ਦੁਨੀਆ ਨੂੰ ਤੂੰ ਲੰਗਰ ਲਵਾ ਕੇ ਖਵਾ ਦੇ, ਤੇਰੇ ਕਿਸੇ ਲੇਖੇ ਨਹੀਂ ਹੋ। ਜੇ ਤੂੰ ਮਾਂ ਬਾਪ ਦੇ ਤਨ ਨੂੰ ਢੱਕਣ ਦੇ ਲਈ ਕੋਈ 4 ਬਸਤਰ ਉਹਨਾਂ ਨੂੰ ਲੈ ਕੇ ਨਹੀਂ ਦਿੱਤੇ, ਜਿੰਨੇ ਮਰਜ਼ੀ ਤੂੰ ਦੂਜਿਆਂ 'ਚ ਕੱਪੜੇ ਵੰਡਦਾ ਰਹਿ, ਤੇਰੇ ਕਿਸੇ ਲੇਖੇ ਨਹੀਂ ਹੋ। ਜੇ ਤੂੰ ਮਾਂ ਬਾਪ ਦੇ ਦਵਾ ਦਾਰੂ ਦਾ ਪ੍ਰਬੰਧ ਨਹੀਂ ਕੀਤਾ, ਬਾਹਰ ਜਿੰਨੇ ਮਰਜ਼ੀ ਤੂੰ ਮੈਡੀਕਲ ਕੈਂਪ ਵੀ ਲਗਾ ਲੈ, ਤੇਰੇ ਕਿਸੇ ਲੇਖੇ ਨਹੀਂ ਹੈ। ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੈ ਭਰਮ ਭੁਲਾਣੀ। ਕੋਈ ਹੋਰ ਵਰਤ ਆਦਿਕ ਧਰਮ ਕਰਮ ਕਵੇ ਜੀ ਮੈਂ ਇਹ ਕਰ ਰਿਹਾ ਹਾਂ, ਮਾਂ ਪਿਓ ਨੂੰ ਛੱਡ ਕੇ ਜਿਹੜਾ ਧਰਮ ਕਰਮ ਕਰਨ ਦਾ ਅਡੰਬਰ ਤੇ ਪਖੰਡ ਵੀ ਕਰਦਾ ਹੈ, ਭਾਈ ਸਾਹਿਬ ਕਹਿੰਦੇ ਮਰ ਮਰ ਜੰਮੈ ਭਰਮ ਭੁਲਾਣੀ। ਉਹ ਵੀ ਜੰਮਦਾ ਮਰਦਾ ਜੰਮਦਾ ਮਰਦਾ ਇਸੇ ਗੇੜ 'ਚ ਹੀ ਪਿਆ ਰਹਿੰਦਾ। ਜੇ ਉਹਦਾ ਵੀ ਜਿੰਨੇ ਮਰਜ਼ੀ ਧਰਮ ਕਰਮ ਕਰ ਲਵੇ, ਇਹ ਗੇੜ ਖਤਮ ਨਹੀਂ ਹੋ ਸਕਦਾ ਜਿੰਨੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ। ਅਖੀਰ 'ਚ ਭਾਈ ਸਾਹਿਬ ਕਹਿੰਦੇ ਗੁਰ ਪਰਮੇਸ਼ਰ ਸਾਰ ਨਾ ਜਾਣੀ। ਜਿਨੇ ਮਾਂ ਬਾਪ ਦੀ ਸਾਰ ਨਹੀਂ ਜਾਣੀ, ਉਹ ਕੀ ਗੁਰੂ ਦੀ ਸਾਰ ਜਾਣੇਗਾ, ਕੀ ਪਰਮੇਸ਼ਰ ਦੀ ਸਾਰ ਜਾਣੇਗਾ। ਤੇ ਉਹਦੀ ਗੁਰੂ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਵੀ ਕੋਈ ਇੱਜ਼ਤ ਨਹੀਂ ਜੇ ਜਿਹੜਾ ਆਪਣੇ ਮਾਂ ਬਾਪ ਦੀ ਇੱਜ਼ਤ ਨਹੀਂ ਕਰਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਜਿਹੜੀਆਂ 4 ਪੌੜੀਆਂ ਦੇ ਰਾਹੀਂ ਸਾਨੂੰ ਵਿਚਾਰਾਂ ਬਖਸ਼ਿਸ਼ ਕੀਤੀਆਂ ਨੇ, ਇਹਨਾਂ ਰਾਹੀਂ ਭਾਈ ਗੁਰਦਾਸ ਸਾਹਿਬ ਨੇ ਲਗਾਤਾਰ ਯਤਨ ਕਰਕੇ ਸਾਨੂੰ ਇਹੀ ਉਪਦੇਸ਼ ਸੰਦੇਸ਼ ਤੇ ਸਿੱਖਿਆ ਦਿੱਤੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦਾ, ਆਪਣੇ ਮਾਤਾ ਪਿਤਾ ਦਾ ਅਦਬ ਮਾਣ ਤੇ ਸਨਮਾਨ ਕਰੀਏ। ਕਿਉਂਕਿ ਕੱਲ ਵੀ ਆਪਾਂ ਇਹ ਚੀਜ਼ ਵਿਚਾਰੀ ਸੀ ਕਿ ਜੇ ਅੱਜ ਅਸੀਂ ਬੱਚੇ ਹਾਂ ਤੇ ਕੱਲ ਨੂੰ ਅਸੀਂ ਵੀ ਆਪਣੀ ਔਲਾਦ ਦੇ ਮਾਂ-ਬਾਪ ਬਣਨਾ ਹੈ, ਅਸੀਂ ਵੀ ਬੁਢਾਪੇ ਤੱਕ ਪਹੁੰਚਣਾ ਹੈ। ਤੇ ਜੇ ਅਸੀਂ ਅੱਜ ਬੱਚਿਆਂ ਦੇ ਸਾਹਮਣੇ ਆਪਣੇ ਮਾਂ-ਬਾਪ ਦੀ ਇੱਜ਼ਤ ਨਹੀਂ ਕਰ ਰਹੇ ਤੇ ਕੱਲ ਨੂੰ ਸਾਡੇ ਬੱਚੇ ਫਿਰ ਸਾਡੀ ਵੀ ਇੱਜ਼ਤ ਨਹੀਂ ਕਰਨਗੇ। ਕਬੀਰ ਸਾਹਿਬ ਕਹਿੰਦੇ ਬੇੜਾ ਤੇਰਾ ਵੀ ਉਸੇ ਸਮੁੰਦਰ ਦੇ ਵਿੱਚ ਹੈ। ਇਸ ਕਰਕੇ ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਕੋਈ ਪਤਾ ਨਹੀਂ ਜੋ ਅੱਜ ਤੂੰ ਆਪਣੇ ਬਜ਼ੁਰਗਾਂ ਦੇ ਨਾਲ ਕਰ ਰਿਹਾ ਹੈ, ਕੱਲ ਨੂੰ ਤੇਰੇ ਨਾਲ ਵੀ ਹੋ ਸਕਦਾ। ਧਰਤੀ ਗੋਲ ਹੈ, ਸਮਾਂ ਇਦਾਂ ਹੀ ਚਾਲ ਬਦਲਦਾ ਹੈ। ਜੋ ਆਪਾਂ ਦੂਜਿਆਂ ਦੇ ਨਾਲ ਕਰਦੇ ਹਾਂ ਉਹ ਕੁਝ ਸਾਨੂੰ ਹਟਾਉਣਾ ਪੈਂਦਾ। ਸਤਿਗੁਰੂ ਇਸੇ ਕਰਕੇ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ ਤੁਮਕੋ ਦੁੱਖ ਨਹੀਂ। ਭਾਈ ਮੀਤ ਜੇ ਤੂੰ ਦੂਜੇ ਦਾ ਬੁਰਾ ਸੋਚੇਗਾ, ਦੂਜਾ ਤੇਰੇ ਲਈ ਬੁਰਾ ਸੋਚੇਗਾ। ਇੱਕ ਛੋਟਾ ਜਿਹਾ ਤਬੀਅਤ ਹੋਰ ਆਪ ਜੀ ਦੇ ਨਾਲ ਸਾਂਝਾ ਕਰਕੇ ਫਿਰ ਆਪਾਂ ਸਮਾਪਤੀ ਕਰਾਂਗੇ। ਰਾਵਣ ਬੜਾ ਮਹਾਬਲੀ, ਤੇ ਇੱਕ ਸਮਾਂ ਐਸਾ ਆਇਆ ਜਦੋਂ ਉਹਦੇ ਭਰਾ ਨੇ ਭੇਦ ਦੇ ਦਿੱਤਾ ਔਰ ਸ਼੍ਰੀ ਰਾਮਚੰਦਰ ਨੇ ਰਾਵਣ ਦੀ ਨਾਭੀ 'ਚ ਮਾਰਿਆ ਤੀਰ, ਤੇ ਹੁਣ ਰਾਵਣ ਜ਼ਮੀਨ ਤੇ ਡਿੱਗ ਪਿਆ ਬਸ ਅਖੀਰਲੇ ਸਵਾਸਾਂ ਤੇ ਜਿਹੜੀ ਲੰਕਾ ਤੇ ਰਾਵਣ ਦਾ ਪੂਰਾ ਡੰਕਾ ਚੱਲਦਾ ਸੀ, ਉਸ ਰਾਵਣ ਤੇ ਵਾਨਰ ਸੈਨਾ ਨੇ ਕਰ ਲਿਆ ਕਬਜ਼ਾ। ਜਿਹੜੀ ਇਹਦੀ ਸੋਨੇ ਦੀ ਲੰਕਾ ਸੀ ਹੁਣ ਉਹਦੇ ਤੇ ਬਾਂਦਰ ਨੱਚਦੇ ਪਏ ਹਨ। ਤੇ ਰਾਵਣ ਫਿਰ ਮਰਦਾ ਮਰਦਾ ਸੋਚਦਾ ਹੈ, ਜੋ ਉਹਦੀ ਸੋਚ ਨੂੰ ਇੱਕ ਵਿਦਵਾਨ ਨੇ ਕਲਮਬੰਦ ਕੀਤਾ ਹੈ।
कि रावण की सोच रहा है, जाहूं गढ़ लंक को निशंक होए ना देख सकूं, आज्ञा को मान माथे शीस को निभावते। ਜਿਹੜੀ ਲੰਕਾ, ਜਿਹੜੇ ਮਹਿਲਾਂ ਨੂੰ ਮੈਂ ਥੋੜਾ ਵੀ ਮੈਲਾ ਹੋਇਆ ਬਰਦਾਸ਼ਤ ਨਹੀਂ ਸੀ ਕਰਦਾ, ਅੱਜ ਉਸ ਲੰਕਾ ਦੀ ਕੀ ਹਾਲਤ ਬਣ ਗਈ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਰਾਵਣ ਨੂੰ ਮਿਲਣ ਦੇ ਲਈ ਆਉਂਦੇ ਸਨ ਤੇ ਉਹਨਾਂ ਨੂੰ ਕਿੰਨਾ ਕਿੰਨਾ ਸਮਾਂ ਬਾਹਰ ਉਡੀਕ ਕਰਨੀ ਪੈਂਦੀ ਸੀ, ਜਿੰਨੀ ਦੇਰ ਰਾਵਣ ਆਗਿਆ ਨਹੀਂ ਸੀ ਦਿੰਦਾ ਅੰਦਰ ਆਉਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਜਾਹੂੰ ਗੜ ਲੰਕ ਕੋ ਨਿਸ਼ੰਕ ਹੋਏ ਨਾ ਦੇਖ ਸਕੂੰ, आज्ञा को मान माथे शीस को निभावते। सातों द्वार बाहर बिछौना बिन ठांडे रहे, न्यारो न्यारो अपने जोहार पहुँचावते। राजे महाराजे भी 7 दरवाजे बाहर खड़े रहंदे सन, तरह तरह के नजराने रावण कोल भेजदे सन कि रावण खुश हो के सानू अपने कोल आउण दा समा देवेगा, सदा देवेगा। और जाहूं को बुलावते सो आवते, सो शंक मान बिना मेरे कहे ढिग बैठन ना पावते। रावण सोचदा मैं जिन्नू बुलाउंदा सी वो भी बड़ा डरिया डरिया कोल आउंदा सी, रावण दे सामने जाना सी कोई छोटी मोटी गल सी, उन्हें भी डरे डरे ने आउणा ते बिना मेरे कहे ढिग बैठन ना पावते। मेरे कहे तो बिना ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ, ਭਾਵੇਂ ਜਿੱਡਾ ਮਰਜੀ ਵੱਡਾ ਰਾਜਾ ਹੋਵੇ ਉਹਦੀ ਬਹਿਣ ਦੀ ਹਿੰਮਤ ਨਹੀਂ ਸੀ ਹੁੰਦੀ ਜਿੰਨੀ ਦੇਰ ਮੈਂ ਨਾ ਕਵਾਂ ਬਹਿ। ਅੱਜ ਕੀ ਹੋ ਗਿਆ, ਜਿਹੜੀ ਰਾਵਣ 'ਚ ਵੱਡੇ ਵੱਡੇ ਲੰਕਾ 'ਚ ਰਾਜੇ ਮਹਾਰਾਜੇ ਵੀ ਮੇਰੇ ਹੁਕਮ ਦੇ ਪਾਬੰਦ ਹੁੰਦੇ ਸਨ। जाहू को बलावते सो आवसे तो शंक मान, बिना मेरे कहे ढिग बैठनो न पावते। ताहू गढ़ लंक रीश बांदर नचेत रहे, सब्बे दिन एक से न देखे मन भावते। कहन लगा ओए मेरे कमले मना, सारे दिन इको जे नहीं होंदे। जिहड़ी लंका च कदे मेरा डंका वजदा सी, अज उत्थे वानर सैना नच रही है। इस करके कबीर साहब कहंदे अजो सुनाओ समुंदर मैं क्या जानो, क्या होए साडी भी तो जिंदगी रूपी बेड़ी चल रही, जे असी किसी नूं ठोकरां मारांगे ठोकरां सानू भी सहणियां पैणियां ने। इस करके अपने फर्जां प्रति सुचेत होइए, जिम्मेवारियां प्रति सुचेत होइए। सतगुरु दी बाणी सानू जिम्मेवारियां प्रति सुचेत बनाउंदी है। जो साडियां परिवार प्रति जिम्मेवारियां ने उन्हां प्रति सुचेत होइए, जो साडियां समाज प्रति जिम्मेवारियां ने उन्हां प्रति सुचेत होइए। जो पति पत्नी दियां आपस दे विच एक पति दियां पत्नी प्रति पत्नी दियां पति प्रति जिम्मेवारियां ने उन्हां प्रति सुचेत होइए। और जे गुरु साहब जी दे पावन उपदेशां नूं एक माँ एक पिता मान के चले, एक पुत्र एक पत्नी मान के चले, ते फिर घर सुख वाला है। ते जे सारियां ने गुरु दे उपदेश नूं भुला के ते आप हुदरियां ही कीतियां, फिर ते वो घर नरकां दे बराबर ही है। फिर ते झगड़ा करदियां अन दिन गुजरै, शब्द ना करै विचार दिन रात झगड़ियां बखेड़ियां च ही लंघेगा। ते जे घर झगड़ियां बखेड़ियां च बंदा परेशान, फिर जिथे जावेगा परेशानियां ही वंडेगा, चिंतावां ही वंडेगा, दुख ही वंडेगा। सो गुरु महाराज ने जिहड़ा एक नुकता सानू समझाया है कि घर सुख वसिया बाहर सुख पाया, कहो नानक गुर मंत्र दृढ़ाया। गुरु का उपदेश दृढ़ करिए, अपनियां जिम्मेवारियां अपने फर्जां प्रति सुचेत हो के वड्डियां दा हमेशा आदर मान ते सन्मान करिए। साडी मर्यादा च साडे बजुर्गां ने यह भी लिखिया जे कि जिहड़ा माँ बाप का सत्कार नहीं करता वो भी तनखाईया है, वो गुरु नूं कबूल नहीं है, वो गुरु दे दर ते कबूल नहीं है। सो माँ बाप की सेवा दे जो उपदेश भाई साहब जी ने सानू समझाए ने मन्नीए कमाईए, साडा जुड़िया साडा विचारिया सफल होवे। इन्नियां बेनतियां प्रवान करनियां जी। विचारा करदियां होइयां भुल्लां ना चितारनियां। जिथे आपां ये 4 दिन विचार कीती है माँ बाप ते पुत्र दे रिश्ते प्रति, हुण विचार ते पहलां आपां सहस्कृति बाणी दी करनी सी, पर हुण अगले 4 दिन आपां जिहड़ियां 4 लावां सतगुरु जी ने बख्शिश कीतियां ने आपां उन्हां नूं भी विचारांगे। ते एक पति पत्नी दे रिश्ते प्रति जो सतगुरु जी ने पावन उपदेश दिते ने उन्हां नूं आपां समझण दा यतन करांगे। आप भी जुड़ो, होर भी संगतां नूं जोड़ो। गुरु कीआं खुशियां मिलण, भुल्लां चुकां दी खिमा करनी फतेह प्रवानो जी। वाहिगुरु जी का खालसा, वाहिगुरु जी की फतेह।